ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV NRI ਵਰਡ ਦੇ ਵਿੱਚ ਤੁਹਾਡਾ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਪੂਰੀ ਦੁਨੀਆ ਦੇ ਵਿੱਚ ਬਹੁਤ ਘਟਨਾਵਾਂ ਹੋ ਰਹੀਆਂ ਨੇ ਜੀਓਪੋਲਿਟਿਕਸ ਦੇ ਵਿੱਚ, ਜੀਓ ਇਕਨੋਮਿਕਸ ਦੇ ਵਿੱਚ, ਔਰ ਜਿਸ ਦਾ ਪੂਰੀ ਦੁਨੀਆ ਦੇ ਉੱਤੇ ਅਸਰ ਪੈ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸਰ ਪੈਣਾ। ਪਿੱਛੇ ਵੀ ਜੋ ਘਟਨਾਵਾਂ ਹੋ ਰਹੀਆਂ ਨੇ ਉਹਦਾ ਵੀ ਅੱਜ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜੋ ਸਾਡੀ ਇਕਨੋਮਿਕ ਹਾਲਤ ਹੈ, ਜੋ ਸਾਡਾ ਸੋਸ਼ਲ ਸਟੇਟਸ ਹੈ, ਜੋ ਸਾਡੀ ਪੋਲੀਟੀਕਲ ਹਾਲਤ ਹੈ, ਜੋ ਆਪਸ ਦਾ ਟ੍ਰੇਡ ਹੈ ਇੱਕ ਦੇਸ਼ ਦਾ ਦੂਜੇ ਦੇਸ਼ ਦੇ ਨਾਲ, ਜੋ ਡੋਮੀਨੇਸ਼ਨਸ ਚੱਲ ਰਹੀਆਂ ਨੇ, ਜੋ ਟ੍ਰੇਡ ਵਾਰ ਚੱਲ ਰਹੀ ਹੈ, ਪ੍ਰੈਕਟੀਕਲੀ ਵੀ ਜੋ ਵਾਰਸ ਚੱਲ ਰਹੀਆਂ ਨੇ, ਐਮੂਨੀਸ਼ਨ ਦਾ ਅਲੱਗ ਝਗੜਾ ਖੜਾ ਹੋਇਆ ਹੈ, ਔਰ ਐਟੋਮਿਕ ਐਨਰਜੀ ਨੂੰ ਕਿੱਦਾਂ ਇਸਤੇਮਾਲ ਕਰਨਾ ਉਹਦੇ ਉੱਤੇ ਵੀ ਡਿਬੇਟਸ ਚੱਲ ਰਹੀਆਂ ਨੇ। ਇੱਧਰੋਂ ਪਰਿਆਵਰਣ ਨੂੰ, ਐਨਵਾਇਰਨਮੈਂਟ ਨੂੰ ਕਿੱਦਾਂ ਬਚਾਉਣਾ ਉਹ ਵੀ ਹਮੇਸ਼ਾ ਹੌਟ ਡਿਬੇਟਸ ਚੱਲਦੀਆਂ ਰਹਿੰਦੀਆਂ ਨੇ। ਬਹੁਤ ਪ੍ਰੋਮਿਸਿਸ ਹੁੰਦੇ ਨੇ, ਬਹੁਤ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ, ਪਰ ਪ੍ਰੈਕਟੀਕਲੀ ਅਸੀਂ ਕਿੱਥੇ ਖੜੇ ਹਾਂ। ਇਸ ਹਫਤੇ ਪੂਰੀ ਦੁਨੀਆ ਦੇ ਵਿੱਚ ਕੀ ਵਾਪਰੀਆਂ ਨੇ ਉਹ ਘਟਨਾਵਾਂ ਜਿਨ੍ਹਾਂ ਦਾ ਅਸਰ ਹੋ ਰਿਹਾ ਹੈ, ਉਸ ਦੇ ਬਾਰੇ ਅੱਜ ਡਿਸਕਸ ਕਰਾਂਗੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਮੈਡਮ ਆਸ਼ਿਮਾ ਸਾਹਨੀ, ਜੋ KMB ਕਾਲਜ ਤੋਂ ਨੇ, ਪੋਲੀਟੀਕਲ ਸਾਇੰਸ ਦੇ ਐਕਸਪਰਟ ਨੇ ਤੇ ਹੈਡ ਆਫ ਦਾ ਡਿਪਾਰਟਮੈਂਟ ਨੇ ਪੋਲੀਟੀਕਲ ਸਾਇੰਸ। ਵੈਲਕਮ ਟੂ NRI ਵਰਡ ਆਸ਼ਿਮਾ ਜੀ। ਥੈਂਕ ਯੂ। ਸੋ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਪੋਲੀਟਿਕਸ ਦੀ, ਜਦੋਂ ਵੀ ਅਸੀਂ ਗੱਲ ਕਰਦੇ ਹਾਂ ਇਕਨੋਮਿਕਸ ਦੀ, ਤਾਂ ਸਭ ਤੋਂ ਪਹਿਲਾਂ ਗੱਲ ਆਏਗਾ ਕਿ ਅਸੀਂ ਅਮਰੀਕਾ ਨੂੰ ਕਿੱਥੇ ਰੱਖਦੇ ਹਾਂ, ਕਿਉਂਕਿ ਅਮਰੀਕਾ ਹਰ ਚੀਜ਼ ਨੂੰ, ਜਿਸ ਤਰ੍ਹਾਂ ਕਹਿੰਦੇ ਨੇ ਨਾ, ਲਾਈਕ ਗੋਡ ਫਾਦਰ, ਹਰੇਕ ਨੂੰ ਨਚਾਉਂਦਾ ਹੈ। ਦੈਟਸ ਹੈਪਨਿੰਗ। ਸੋ ਅਸੀਂ ਉਸ ਪੁਆਇੰਟ ਆਫ ਵਿਊ ਨਾਲ ਗੱਲ ਕਰਾਂਗੇ। ਜੋ ਬਾਈਡਨ ਔਰ ਡੋਨਲਡ ਟਰੰਪ, ਠੀਕ ਹੈ, ਦੋਵਾਂ ਦੀਆਂ ਗੱਲਬਾਤ ਦੀਆਂ ਸਾਰੀਆਂ ਸ਼ੈਲੀਆਂ ਚੱਲਦੀਆਂ ਰਹਿੰਦੀਆਂ ਨੇ, ਪਰ ਪਿਛਲੇ ਦਿਨੀ ਇੱਕ ਫੇਕ ਨਿਊਜ਼ ਅਰੈਸਟ ਨੂੰ ਲੈ ਕੇ ਡੋਨਲਡ ਟਰੰਪ ਦੀ, ਖੈਰ ਉਹ ਫੇਕ ਨਿਊਜ਼ ਨਿਕਲੀ ਹੈ ਪਰ ਉਹਦਾ ਇੱਕ ਅਸਰ ਹੋਇਆ ਹੈ, ਕਿਉਂਕਿ ਐਡੀ ਵੱਡੀ ਸੁਪਰ ਪਾਵਰ ਦੇ ਜੋ ਐਕਸ ਪ੍ਰੈਜ਼ੀਡੈਂਟ ਨੇ ਉਹਨਾਂ ਬਾਰੇ ਜੋ ਗੱਲ ਕੀਤੀ ਜਾ ਰਹੀ ਹੈ, ਫਾਰਮਰ ਪ੍ਰੈਜ਼ੀਡੈਂਟ ਬਾਰੇ, ਔਰ ਇਸ ਦਾ ਕੀ ਇਫੈਕਟ ਹੋ ਰਿਹਾ ਹੈ ਪੂਰੀ ਦੁਨੀਆ ਦੇ ਜੀਓਪੋਲਿਟਿਕਸ ਦੇ ਉੱਤੇ। ਆਸ਼ਿਮਾ ਜੀ। ਹਾਂਜੀ, ਥੈਂਕ ਯੂ। ਸਭ ਤੋਂ ਪਹਿਲੇ ਮੈਨੂੰ ਆਪਣੇ ਸਟੂਡੀਓ 'ਚ ਇੱਕ ਵਾਰੀ ਫਿਰ ਸੱਦਣ ਲਈ ਧੰਨਵਾਦ। ਇਸ ਪ੍ਰੋਗਰਾਮ ਦੇ ਲਈ ਮੈਨੂੰ ਬੁਲਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਡੋਨਲਡ ਟਰੰਪ ਦੀ ਜਿਹੜੀ ਨਿਊਜ਼ ਹੈ, ਦੇਖੋ, ਚਾਹੇ ਉਹ ਫੇਕ ਸੀਗੀ ਬਟ ਇਟ ਬਿਕੇਮ ਦੀ ਗਲੋਬਲ ਹੈਡਲਾਈਨ ਟੂ ਐਨ ਐਕਸਟੈਂਟ ਕਿ ਅੱਜ ਤੁਸੀਂ ਬੈਠ ਕੇ ਵੀ ਉਸ ਨਿਊਜ਼ ਨੂੰ, ਉਸ ਫੇਕ ਨਿਊਜ਼ ਨੂੰ ਡਿਸਕਸ ਕਰ ਰਹੇ ਹਾਂ। ਹੁਣ ਇਸ ਫੇਕ ਨਿਊਜ਼ ਦਾ, ਇਹ ਫੇਕ ਨਿਊਜ਼ ਤਾਂ ਇੱਕ ਸੈਪਰੇਟ ਇਸ਼ੂ ਹੈ, ਲੇਕਿਨ ਹਾਊ ਇਟ ਇੰਪੈਕਟਸ ਜੀਓਪੋਲਿਟਿਕਸ ਉਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਇਸ਼ੂ ਨੂੰ ਅਸੀਂ ਸਮਝਣ ਲਈ ਸਾਨੂੰ ਮੈਂ ਜਿਹੜੇ ਦੁਨੀਆ ਦੇ ਸਕਾਲਰਸ ਹੋਏ ਨੇ ਉਹਨਾਂ ਦੀ ਗੱਲਬਾਤ ਕਰੂੰਗੀ। ਸਭ ਤੋਂ ਪਹਿਲੇ ਤੇ ਮੈਂ ਗੱਲ ਕਰੂੰਗੀ ਰੁਡੋਲਫ ਕੈਜਲਨ। ਇਹ ਇੱਕ ਸਵੀਡਿਸ਼ ਪੋਲੀਟੀਕਲ ਸਾਇੰਟਿਸਟ ਥੇ ਜਿਨ੍ਹਾਂ ਨੇ ਜੀਓਪੋਲਿਟਿਕਲ ਵਰਡ ਦੀ ਕੋਇਨੇਜ ਕੀਤੀ, ਠੀਕ ਹੈ, ਔਰ ਵਰਲਡ ਵਾਰ 1-2 'ਚ ਇਹਦੀ ਬੜੀ ਇਸਤੇਮਾਲ ਕੀਤੀ ਗਈ, ਔਰ ਉਸ ਤੋਂ ਬਾਅਦ ਇਹ ਬੜਾ ਪਪੂਲਰ ਹੋ ਗਿਆ ਜੀਓਪੋਲਿਟਿਕਸ। ਜੀਓਪੋਲਿਟਿਕਸ ਤੋਂ ਬਾਅਦ ਜਿਹੜੀ ਸੈਕਿੰਡ ਟਰਮ ਆਉਂਦੀ ਹੈ, ਦੈਟ ਇਜ਼ ਆਰਟੀਫਿਸ਼ੀਅਲ ਇੰਟੈਲੀਜੈਂਸ। ਹੁਣ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਇੱਕ ਜੌਨ ਮੈਕਾਰਟੀ 1955 ਚ USA ਦੇ ਵਿੱਚ ਸਭ ਤੋਂ ਪਹਿਲੇ ਦੀ ਵਰਕਸ਼ਾਪ ਕਰਾਈ ਗਈ ਸੀਗੀ। ਹੁਣ ਤੀਸਰਾ ਜਿਹੜਾ ਕੰਪੋਨੈਂਟ ਹੈ ਉਹ ਆ ਜਾਏਗਾ ਗਲੋਬਲ ਵਿਲੇਜ। ਗਲੋਬਲ ਵਿਲੇਜ ਦਾ ਜਿਹੜਾ ਕਨਸੈਪਟ ਹੈ, ਕੈਨੇਡੀਅਨ ਪ੍ਰੋਫੈਸਰ ਮਾਰਸ਼ਲ ਮੈਕਲੂਹਾਨ ਨੇ ਦਿੱਤਾ ਸੀਗਾ, ਜਿਹੜੇ ਕਿ ਇੰਗਲਿਸ਼ ਦੇ ਪ੍ਰੋਫੈਸਰ ਸਨ। ਇਹ ਤਿੰਨੋਂ ਜਿਹੜੇ ਪ੍ਰੋਫੈਸਰਸ, ਇਹ ਤਿੰਨੋਂ ਜਿਹੜੇ ਸਕਾਲਰਸ ਸਨ, ਇਹ ਅਲੱਗ-ਅਲੱਗ ਫੀਲਡ ਤੋਂ ਸੀਗੇ, ਲੇਕਿਨ ਅੱਜ ਜਦੋਂ ਅਸੀਂ ਇਹਨਾਂ ਦੀ ਕੰਟਰੀਬਿਊਸ਼ਨ ਨੂੰ ਇਕੱਠਾ ਜੋੜ ਕੇ ਦੇਖਦੇ ਹਾਂ ਤੇ ਇੱਕ ਇੰਟਰਨੈਸ਼ਨਲ ਰਿਲੇਸ਼ਨਸ ਨੂੰ ਡਿਫਾਈਨ ਤੇ ਅੰਡਰਸਟੈਂਡ ਕਰਨ 'ਚ ਬੜੀ ਹੀ ਸਾਨੂੰ ਮਦਦ ਕਰਦੀ ਹੈ। ਹੁਣ ਜਿੱਦਾਂ ਡੋਨਲਡ ਟਰੰਪ ਹੈ, ਡੋਨਲਡ ਟਰੰਪ ਦੀ ਹੋਇਆ ਕੀ ਸੀਗਾ ਕਿ ਡੋਨਲਡ ਟਰੰਪ ਤੇ ਇੱਕ ਉਹ ਲਗਾਇਆ ਜਾ ਰਿਹਾ ਹੈ ਕਿ ਬਿਜ਼ਨਸ ਦੇ ਆਪਣੀ ਜਦੋਂ ਪ੍ਰੈਜ਼ੀਡੈਂਸ਼ੀਅਲ ਟਰਮ 'ਚ ਜਦੋਂ ਉਹਨਾਂ ਨੇ ਹਸ਼ ਪੇਮੈਂਟਸ ਕੀਤੀਆਂ ਆਪਣੀ ਬਿਜ਼ਨਸ ਪਰਪਸਿਸ ਲਈ, ਕਿਸੇ ਹੋਰ ਪਰਪਸਿਸ ਲਈ, ਤੇ ਇਹ ਮਤਲਬ ਅਟਕਣਾਂ ਲਗਾਈਆਂ ਜਾ ਰਿਹਾ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਉਸ ਦੌਰਾਨ USA ਦਾ ਕੋਈ ਨਾਗਰਿਕ ਸੀਗਾ ਜਿਹਨੇ ਇਸ ਨੂੰ ਇਮੈਜਿਨ ਕਰਨ ਦੀ ਕੋਸ਼ਿਸ਼ ਕੀਤੀ, ਔਰ ਇਹਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਡੋਨਲਡ ਟਰੰਪ ਦੀਆਂ ਕੁਝ ਪਿਕਚਰਸ ਜਿਹੜੀਆਂ ਵਾਇਰਲ ਕਰ ਦਿੱਤੀਆਂ। ਇੰਨੀਆਂ ਕੁ ਵਾਇਰਲ ਕਰ ਦਿੱਤੇ ਕਿ 1.5 ਮਿਲੀਅਨ ਉਹਦੇ ਜਿਹੜੇ ਵਿਊ ਪਿਕਚਰ ਸੀਗੀਆਂ ਉਹ 1 ਸੈਕਿੰਡ 'ਚ ਵਾਇਰਲ ਹੋ ਗਈਆਂ। ਐਂਡ ਦਿਸ ਬਿਕੇਮ ਅ ਗਲੋਬਲ ਹੈਡਲਾਈਨ। ਹੁਣ ਇਹਦਾ ਜੀਓਪੋਲਿਟਿਕਸ ਤੇ ਅਸਰ ਸਿੱਧਾ ਡੋਨਲਡ ਟਰੰਪ ਦੀ ਫੇਕ ਨਿਊਜ਼ ਨਾਲ ਤੇ ਨਹੀਂ ਹੈ, ਬਟ ਇਹ ਜਿੱਦਾਂ ਅਸਰ ਹੋਇਆ ਏਦਾਂ ਹੀ ਜਿਹੜੀਆਂ ਬਾਕੀ ਨਿਊਜ਼ ਹੈ, ਜਦੋਂ ਅਸੀਂ ਕੋਵਿਡ ਦੇ ਦੌਰਾਨ ਵੀ ਇਹਨਾਂ ਦਾ ਬਹੁਤ ਅਸਰ ਹੋਇਆ ਸੀਗਾ, ਠੀਕ ਹੈ, ਜੇ ਅੱਜ ਸਾਨੂੰ ਇੰਪੈਕਟ ਕਰ ਸਕਦੀ ਹੈ ਡੋਨਲਡ ਟਰੰਪ ਦੇ ਅਰੈਸਟ ਦੀ ਫੇਕ ਨਿਊਜ਼, ਤੇ ਏਦਾਂ ਹੀ ਬਹੁਤ ਸਾਰੀਆਂ ਨਿਊਜ਼ ਹੈ ਜਿਹੜੀਆਂ ਆਉਣ ਵਾਲੇ ਟਾਈਮ 'ਚ ਚਾਹੇ ਰਸ਼ੀਆ ਨੂੰ ਲੈ ਕੇ ਹੋ ਸਕਦੀਆਂ, ਯੂਕਰੇਨ ਦੀ ਵਾਰ ਨੂੰ ਲੈ ਕੇ ਹੋ ਸਕਦੀਆਂ, ਜਾਂ ਚਾਈਨੀਜ਼ ਪ੍ਰੋਬਲਮ ਜਿਹੜੀ ਚੱਲ ਰਹੀ ਹੈ ਉਹਨੂੰ ਲੈ ਕੇ ਹੋ ਸਕਦੀਆਂ। ਤੇ ਇੱਕ ਬੜਾ ਹੀ ਖਤਰਨਾਕ ਇੱਕ ਸਿਨੈਰੀਓ ਬਣ ਗਿਆ, ਐਂਟਰਟੇਨਿੰਗ ਸਿਨੈਰੀਓ ਵੀ ਹੈ ਤੇ ਖਤਰਨਾਕ ਵੀ ਹੈ।
ਤੇ ਜਿਹਦੇ ਲਈ ਸਟੇਟਸ ਨੂੰ ਵਾਕਈ ਬਹੁਤ ਵੱਡੀ ਕੋਸ਼ਿਸ਼ ਕਰਨੀ ਪਏਗੀ ਕਿ ਉਹ ਇਸ ਤੋਂ ਵੀ ਵੱਡੀ ਕ੍ਰੀਏਸ਼ਨ ਕਰਨ, ਫੇਕ ਨਿਊਜ਼ ਤੋਂ ਵੀ ਵੱਡੀ ਕ੍ਰੀਏਸ਼ਨ ਕਰਨੀ ਪੜੇਗੀ, ਜਿਹਦੇ ਨਾਲ ਕਿ ਉਹ ਸਮੂਥ ਲਾਈਨ ਕਰ ਸਕਣ ਇੰਟਰਨੈਸ਼ਨਲ ਰਿਲੇਸ਼ਨਸ ਨੂੰ, ਜਾਂ ਉਹਦੇ ਤੇ ਉਹਦਾ ਮਾੜਾ ਅਸਰ ਨਾ ਪਵੇ। ਵਾਕਈ ਉਹਨਾਂ ਨੂੰ ਇੱਕ ਖਾਸ ਤਰ੍ਹਾਂ ਦੀ ਮੀਡੀਆ ਕੈਂਪੇਨ ਚਲਾ ਕੇ ਇਸ ਨੂੰ ਹੈਂਡਲ ਕਰਨਾ ਪਏਗਾ, ਬਿਕੋਜ਼ ਫੇਕ ਨਿਊਜ਼ ਹੈ। ਮੈਂ ਇੱਕ ਹੋਰ ਗੱਲ ਐਡ ਕਰਨਾ ਚਾਹੂੰਗੀ, ਪ੍ਰੋਬਲਮ ਇਹ ਹੈ ਕਿ ਇੰਟਰਨੈਸ਼ਨਲ ਰਿਲੇਸ਼ਨਸ ਤੇ ਅਸਰ ਹੋ ਹੀ ਰਿਹਾ ਹੈ, ਲੇਕਿਨ ਇੱਕ ਜ਼ੀਰੋ ਟਰਸਟ ਸੁਸਾਇਟੀ ਵੱਲ ਵੀ ਅਸੀਂ ਤੁਰ ਰਹੇ ਹਾਂ। ਆਉਣ ਵਾਲੇ ਟਾਈਮ 'ਚ ਇਹ ਫੇਕ ਨਿਊਜ਼ ਇਜ਼ ਬਿਲਡਿੰਗ ਦ ਬੇਸਿਸ ਆਫ ਜ਼ੀਰੋ ਟਰਸਟ ਸੁਸਾਇਟੀ, ਜਿਹੜੀ ਕਿ ਬਹੁਤ ਖਤਰਨਾਕ ਹੈ। ਬਿਲਕੁਲ ਠੀਕ ਹੈ, ਕਿਉਂਕਿ ਜਦੋਂ ਲੋਕਾਂ ਦਾ ਵਿਸ਼ਵਾਸ ਹੀ ਖਤਮ ਹੋ ਜਾਂਦਾ ਹੈ ਤਾਂ ਫਿਰ ਜ਼ਿੰਦਗੀ ਦਾ ਖੇਲ ਹੀ ਖਤਮ ਹੋ ਜਾਂਦਾ ਹੈ, ਕਿਉਂਕਿ ਹਮੇਸ਼ਾ ਜੋ ਪਰਸੈਪਸ਼ਨ ਬਣ ਜਾਂਦੀ ਹੈ ਨਾ, ਉਹ ਪਰਸੈਪਸ਼ਨ ਦੇ ਉੱਤੇ ਹੀ ਤੁਹਾਡੀ ਇਲੈਕਸ਼ਨਸ ਡਿਪੈਂਡ ਕਰਦੀਆਂ ਨੇ ਔਰ ਦੇਸ਼ ਦਾ ਫਿਊਚਰ ਡਿਪੈਂਡ ਕਰਦਾ ਹੈ। ਬਿਕੋਜ਼ ਆਫਟਰ ਆਲ ਜੋ ਅਮਰੀਕਾ ਇਟਸ ਦਾ ਓਲਡੈਸਟ ਡੈਮੋਕ੍ਰੇਸੀ, ਐਂਡ ਡੈਮੋਕ੍ਰੇਸੀ ਦੇ ਵਿੱਚ ਪਰਸੈਪਸ਼ਨਸ ਜਿਹੜੀਆਂ ਨੇ ਬੜੀਆਂ ਖਤਰਨਾਕ ਵੀ ਹੁੰਦੀਆਂ ਨੇ ਔਰ ਬੜੀਆਂ ਫਾਇਦੇਮੰਦ ਵੀ ਹੁੰਦੀਆਂ ਨੇ। ਸੋ ਅਸੀਂ ਪਰਸੈਪਸ਼ਨ ਦੇ ਖੇਲ ਨੂੰ ਅੱਗੇ ਲੈ ਕੇ ਤੁਰਦੇ ਹਾਂ। ਜੋ ਵਿਜ਼ਿਟ ਹੋਈ ਹੈ ਪਿਛਲੇ ਦਿਨੀ, ਉਹ ਜੀਓ ਪੋਲੀਟਿਕਸ ਔਰ ਜੀਓ ਇਕਨੋਮਿਕਸ ਦੋਨਾਂ ਨੂੰ ਅਸੀਂ ਮੁੱਖ ਰੱਖ ਕੇ ਗੱਲ ਕਰਾਂਗੇ। ਜਾਪਾਨ ਦੇ ਜੋ ਪ੍ਰਾਈਮ ਮਿਨਿਸਟਰ ਨੇ ਉਹ ਇੰਡੀਆ ਆਏ ਨੇ, ਔਰ ਸੇਮ ਟਾਈਮ ਚਾਈਨਾ ਦੇ ਪ੍ਰੈਜ਼ੀਡੈਂਟ ਰਸ਼ੀਆ ਗਏ ਨੇ, ਸ਼ੀ ਜਿਨਪਿੰਗ। ਇਹ ਦੋਨੋਂ ਘਟਨਾਵਾਂ ਸਾਈਮਲਟੇਨੀਅਸਲੀ ਹੋ ਰਹੀਆਂ ਨੇ। ਹਾਲਾਂਕਿ ਇੰਡੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰਾਈਮ ਮਿਨਿਸਟਰ ਸਾਹਿਬ ਨਾਲ, ਜੋ ਮੋਦੀ ਸਾਹਿਬ ਨਾਲ ਸਾਡੇ ਜੋ ਜਾਪਾਨ ਦੇ ਪ੍ਰਾਈਮ ਮਿਨਿਸਟਰ ਆਏ ਨੇ, ਉਹ ਗੋਲ ਗੱਪੇ ਵੀ ਖਾ ਰਹੇ ਨੇ। ਖੈਰ ਗੋਲ ਗੱਪੇ ਤਾਂ ਖਾਣ ਨਹੀਂ ਆਏ, ਗੱਲ ਤਾਂ ਕੁਝ ਹੋਰ ਹੈ। ਸੋ ਸੇਮ ਚਾਈਨਾ ਔਰ ਸ਼ੀ ਜਿਨਪਿੰਗ ਜਦੋਂ ਜਾਂਦੇ ਨੇ ਰਸ਼ੀਆ, ਸੋ ਇਹ ਦੋਨਾਂ ਵਿਜ਼ਿਟਸ ਦਾ ਕੀ ਅਸਰ ਹੈ, ਕੀ ਡਿਫਰੈਂਸ ਹੈ? ਕਿਉਂਕਿ ਟ੍ਰੇਡ ਤਾਂ ਹਰੇਕ ਥਾਂ ਦੇ ਉੱਤੇ ਖੜਾ ਹੈ, ਉਸ ਤੋਂ ਬਿਨਾਂ ਤਾਂ ਕੋਈ ਵਿਜ਼ਿਟ ਹੋ ਹੀ ਨਹੀਂ ਸਕਦੀ। ਯਾ ਆਸ਼ਿਮਾ ਜੀ। ਬੜਾ ਹੀ ਇੰਟਰਸਟਿੰਗ ਇੱਕ ਸਿਨੈਰੀਓ ਬਿਲਡ ਹੋ ਰਿਹਾ। ਪਹਿਲੀ ਗੱਲ ਤਾਂ ਹੈ ਕਿ ਇੱਧਰ ਜਾਪਾਨੀਜ਼ ਪ੍ਰਾਈਮ ਮਿਨਿਸਟਰ ਔਰ ਇੰਡੀਅਨ ਪ੍ਰਾਈਮ ਮਿਨਿਸਟਰ ਗੋਲਗੱਪੇ ਖਾ ਰਹੇ ਸੀਗੇ, ਉਧਰ ਰਸ਼ੀਅਨ ਪ੍ਰੈਜ਼ੀਡੈਂਟ ਔਰ ਦ ਚਾਈਨੀਜ਼ ਪ੍ਰੈਜ਼ੀਡੈਂਟ, ਉੱਥੇ ਹੈਂਡ ਸ਼ੇਕਿੰਗ ਚੱਲ ਰਹੀ ਸੀ। ਦਿਨ ਇੱਕੋ ਹੀ ਸੀਗਾ, ਠੀਕ ਹੈ ਜੀ। ਹੁਣ ਦਿਨ ਇੱਕੋ ਹੀ ਸੀਗਾ। ਹੁਣ ਜਿਹੜਾ ਜਾਪਾਨ ਹੈ, ਜਾਪਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਕਿਸ਼ਿਦਾ, ਇਹ ਰਿਪਰੈਜ਼ੈਂਟ ਕਰ ਰਹੇ G7 ਕੰਟਰੀ ਨੂੰ, ਠੀਕ ਹੈ ਜੀ। ਔਰ ਇੰਡੀਆ ਜਿਹੜਾ ਹੈ ਹੋਸਟ ਕਰ ਰਿਹਾ G20 ਦੀ ਪ੍ਰੈਜ਼ੀਡੈਂਸੀ। ਅੱਛਾ, ਬੜੇ ਮਜ਼ੇ ਦੀ ਗੱਲ ਹੈ ਕਿ ਦੋਨਾਂ ਦੀ ਪ੍ਰੈਜ਼ੀਡੈਂਸੀ, G7 ਦੀ ਪ੍ਰੈਜ਼ੀਡੈਂਸੀ ਜਾਪਾਨ ਕੋਲ ਹੈ ਔਰ G20 ਦੀ ਪ੍ਰੈਜ਼ੀਡੈਂਸੀ ਇੰਡੀਆ ਦੇ ਕੋਲ ਹੈ। ਇੰਡੀਆ ਵਿੱਚ ਤੁਹਾਨੂੰ ਪਤਾ ਕਿੰਨਾ ਜ਼ਿਆਦਾ G20 ਨੂੰ ਲੈ ਕੇ ਚੱਲ ਰਿਹਾ ਹੈ। ਹੁਣ ਦੋਨਾਂ 'ਚ ਪ੍ਰੋਬਲਮ ਕੀ ਹੈ? ਪ੍ਰੋਬਲਮ ਇਹ ਹੈ ਕਿ ਅਗਰ ਅਸੀਂ ਜਾਪਾਨ ਔਰ ਇੰਡੀਆ ਨੂੰ ਦੇਖੀਏ, ਠੀਕ ਹੈ ਜੀ, Japan is in favor of sanctions against Russia, while India tries to, keep silent on the issue of Ukraine. ਇਹ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ, ਠੀਕ ਹੈ। ਹੁਣ ਕੋਸ਼ਿਸ਼ ਇਹ ਕਿ ਇਹਦੇ ਨਾਲ ਹੋਇਆ ਇਹ ਹੈ ਕਿ G20 ਦਾ ਜਿਹੜਾ ਪਲੇਟਫਾਰਮ ਹੈ ਉਹ ਯੂਜ਼ ਨਹੀਂ ਹੋ ਪਾਇਆ, ਜਾਂ ਜੋ ਪੋਟੈਂਸ਼ੀਅਲ ਦੀਆਂ ਗੱਲਾਂ ਹੋ ਰਹੀਆਂ ਸੀ ਕਿ ਬਹੁਤ ਸਾਰੀਆਂ ਇੰਟਰਨੈਸ਼ਨਲ ਫਾਇਦੇ ਹੋਣਗੇ ਜਾਂ ਇਕਨੋਮਿਕ ਇਸ਼ੂਜ਼ ਨੂੰ ਸੋਲਵ ਕੀਤਾ ਜਾਏਗਾ ਜਿਹੜੇ ਕਿ ਪੋਸਟ ਪੈਂਡੈਮਿਕ ਆਏ, ਲੇਕਿਨ ਇੱਦਾਂ ਕੁਝ ਵੀ ਨਹੀਂ ਹੋ ਪਾਇਆ, ਕਿਉਂਕਿ ਯੂਕਰੇਨ ਦੇ ਵਾਰ ਕਰਕੇ ਇੱਕ ਬਹੁਤ ਵੱਡੀ ਡਿਵੀਜ਼ਨ ਨਜ਼ਰ ਆਈ। ਇੰਡੀਆ ਕੰਡੈਮ ਨਹੀਂ ਕਰ ਰਿਹਾ, ਵੈਸਟਰਨ ਵਰਲਡ ਚਾਹੁੰਦਾ ਹੈ ਕੰਡੈਮ ਹੋਵੇ, ਤੇ ਥੋੜਾ ਜਿਹਾ ਇਹ ਫਲੈਟ ਪੈ ਗਿਆ, ਠੀਕ ਹੈ। ਹੁਣ ਇੰਡੀਆ ਨੂੰ ਵੀ ਚਿੰਤਾ ਹੈ। ਦੇਖੋ, ਅਗਰ ਅਸੀਂ ਗਲੋਬਲ ਗੁਰੂ ਬਣਨਾ ਹੈ, ਗਲੋਬਲ ਲੀਡਰ ਬਣਨਾ ਹੈ, ਤੇ G20 ਦੇ ਮਾਧਿਅਮ ਤੋਂ ਜ਼ਰੂਰ ਇੰਡੀਆ ਇੰਟਰਨੈਸ਼ਨਲ ਰਿਲੇਸ਼ਨਸ ਲਈ ਕੁਝ ਕਰਨਾ ਚਾਹੇਗਾ ਇਕਨੋਮਿਕਲੀ, ਹੈ ਨਾ। ਹੁਣ ਜਾਪਾਨ ਇਜ਼ ਦੀ ਓਨਲੀ ਜਿਹਨੂੰ ਕਹਿੰਦੇ ਰੇ ਆਫ ਹੋਪ ਜਾਂ ਰੇ ਆਫ ਲਾਈਟ ਜਿਹਨੂੰ ਕਹਿੰਦੇ ਆ, ਕਿ ਹੋ ਸਕਦਾ ਹੈ ਕਿ ਜਾਪਾਨ ਕੁਝ ਜਿਹੜੇ ਵਿਗੜੇ G7 ਔਰ G20 ਦੇ ਰਿਲੇਸ਼ਨਸ਼ਿਪ, ਉਹਨਾਂ ਨੂੰ ਕੁਝ ਥੋੜਾ ਜਿਹਾ ਠੀਕ ਕਰ ਪਾਵੇ। ਦੂਸਰੇ ਪਾਸੇ ਜੇ ਅਸੀਂ ਦੇਖਦੇ ਹਾਂ ਚਾਈਨਾ ਔਰ ਰਸ਼ੀਆ, ਹੁਣ ਚਾਈਨਾ ਰਸ਼ੀਆ ਦੇ ਕੋਲ ਜਾਂਦੇ ਨੇ, ਉੱਥੋਂ ਜਾਣ ਤੋਂ ਪਹਿਲੇ ਉਹਨਾਂ ਨੇ ਸਾਊਦੀ ਅਰੇਬੀਆ ਔਰ ਈਰਾਨ ਦੇ ਵਿੱਚ ਵੀ ਉਹਨਾਂ ਨੇ ਦੋਸਤੀ ਕਰਾਈ, ਠੀਕ ਹੈ ਜੀ। ਦੂਸਰੇ ਪਾਸੇ ਉਹ ਇੱਧਰ ਰਸ਼ੀਆ ਦੇ ਵੱਲ ਪੁਟਿਨ ਕੋ ਵੀ ਕੋ ਪਲਾਨ ਲੈ ਕੇ ਜਾਂਦੇ ਜਿਹਦੇ ਨਾਲ ਇਸ ਇਸ਼ੂ ਨੂੰ ਹੱਲ ਕੀਤਾ ਜਾਵੇ। ਔਰ he is presently acting as a peacemaker, ਜੈਸੇ ਸ਼ੀ ਜਿਨਪਿੰਗ ਨੂੰ ਦੇਖੀਏ, but this is not being appreciated or liked by the Americans. ਦੇਖੋ, ਪਹਿਲੇ ਇੰਡੀਆ ਨੂੰ ਚਾਂਸ ਦਿੱਤਾ ਗਿਆ ਕਿ ਤੁਸੀਂ ਇੱਕ ਪੀਸਮੇਕਰ ਦਾ ਰੋਲ ਪਲੇ ਕਰੋ, ਲੇਕਿਨ ਇੰਡੀਆ ਸ਼ਾਇਦ ਰੋਲ ਨਹੀਂ ਪਲੇ ਕਰ ਪਾਇਆ,
ठीक है, शी जिनपिंग ने कोशिश की थी, लेकिन अमेरिका को वो भी टॉलरेट नहीं हो रहा। अमेरिका वो भी कह रहा है कि नहीं वी हैव डाउट्स इन योर प्लान। ठीक है, ਉਹਦਾ ਹੁਣ ਰੀਜ਼ਨ ਕੀ ਹੈ? ਉਹਦਾ ਰੀਜ਼ਨ ਇਹ ਹੈ ਕਿ ਇਹ ਵੈਸਟਰਨ ਵਰਲਡ ਤੇ ਜਿਹੜਾ ਅਮਰੀਕਾ ਹੈ ਬਿਲਕੁਲ ਨਹੀਂ ਚਾਹੁੰਦੇ ਕਿ ਕਲੋਜ਼ ਹੋ ਜਾਣ ਚਾਈਨਾ ਔਰ ਰਸ਼ੀਆ, ਕਿਉਂਕਿ ਜੇਕਰ ਇਹ ਕਲੋਜ਼ ਹੋ ਜਾਂਦੇ ਆ, ਤੁਸੀਂ ਦੇਖੋ ਰਸ਼ੀਆ ਇਜ਼ ਨੰਬਰ 1 ਇਕਨੋਮਿਕ ਨੰਬਰ 1 એનર્ਜੀ ਸਪਲਾਇਰ ਇਨ ਦੀ ਵਰਲਡ ਐਂਡ ਚਾਈਨਾ ਇਜ਼ ਨੰਬਰ 1 ਫੈਕਟਰੀ ਆਫ ਦੀ ਵਰਲਡ। ਜੇ ਦੋਨੋਂ ਮਿਲ ਜਾਂਦੇ ਨੇ, ਠੀਕ ਹੈ, ਤੇ ਫਿਰ ਮੈਨੂੰ ਲੱਗਦਾ ਹੈ ਕਿ ਕਾਫੀ ਸਿਰਦਰਦੀ ਦਾ ਕਾਰਨ ਬਣ ਸਕਦੀ ਹੈ ਵੈਸਟਰਨ ਵਰਲਡ ਦੇ ਲਈ। ਸ਼ੋਰ ਬਣ ਸਕਦਾ ਜੀ, ਮੈਂ ਇਹ ਗੱਲ ਮਹਿਸੂਸ ਕਰਦਾ। ਔਰ ਵੈਸੇ ਤਾਂ ਗੱਲ ਇਹ ਹੈ ਕਿ ਕਹਿੰਦੇ ਕੁਝ ਨੇ ਕਰਦੇ ਕੁਝ ਨੇ। ਜਿਸ ਤਰ੍ਹਾਂ ਹੁਣ ਚਾਈਨਾ ਕਹਿ ਰਿਹਾ ਹੈ ਕਿ ਸਾਰੇ ਵਰਲਡ ਰਿਲੇਸ਼ਨਸ ਦੇ ਵਿੱਚ ਹਿਊਮਨ ਰਾਈਟਸ ਨੂੰ ਗੱਲ ਕਰਦਾ ਪਿਆ, ਫਿਰ ਤਾਈਵਾਨ ਵੇਲੇ ਹਿਊਮਨ ਰਾਈਟਸ ਕਿੱਥੇ ਜਾਂਦੇ ਨੇ? ਜਦੋਂ ਇੰਡੀਆ ਦੀ ਧਰਤੀ ਨੂੰ ਡੋਮੀਨੇਟ ਕਰਨਾ ਚਾਹੁੰਦਾ ਉਦੋਂ ਕਿੱਥੇ ਜਾਂਦੇ ਨੇ ਉਹ ਹਿਊਮਨ ਰਾਈਟਸ? ਜਦੋਂ ਪੂਰੀ ਦੁਨੀਆ ਦੇ ਦੇਸ਼ਾਂ ਦੇ ਨਾਲ ਜਿੱਥੇ ਜਿੱਥੇ ਉਹਦੀ ਸਰਹੱਦ ਲੱਗਦੀ ਹੈ, ਬਾਰਡਰ ਲੱਗਦਾ, ਉੱਥੇ ਉੱਥੇ ਬਾਰਡਰਸ ਦੇ ਝਗੜੇ ਖੜੇ ਹੋਏ ਨੇ, ਉਹ ਕਿੱਥੇ ਜਾਂਦੇ ਨੇ ਹਿਊਮਨ ਰਾਈਟਸ? ਮੈਂ ਸੋਚਦਾ ਕਿ ਇਹ ਜੋ ਚਾਈਨਾ ਹੈ ਨਾ, ਉਹਦੀ ਸੋਚ ਇਹ ਹੈ ਕਿ ਇਟ ਇਜ਼ ਦਾ ਓਨਲੀ ਕੰਟਰੀ ਜੋ ਸਵਰਗ ਤੋਂ ਹੈਵਨ ਤੋਂ ਆਈ ਹੈ ਸੰਸਾਰ ਦੇ ਵਿੱਚ, ਔਰ ਇਹ ਹੀ ਦੁਨੀਆ ਦੀ ਰਾਜਾ ਹੈ, ਔਰ ਬਾਕੀ ਦੁਨੀਆ ਨੂੰ ਇਹਦੇ ਮੁਤਾਬਿਕ ਚੱਲਣਾ ਚਾਹੀਦਾ ਹੈ। ਦੇ ਆਰ ਦ ਕਿੰਗ ਆਫ ਦ ਵਰਲਡ, ਔਰ ਪੂਰੀ ਵਰਲਡ ਨੂੰ ਉਹਨਾਂ ਨੂੰ ਸੈਲਿਊਟ ਕਰਨਾ ਚਾਹੀਦਾ ਹੈ। ਜੋ ਚਾਈਨਾ ਦੇ ਮੁਤਾਬਿਕ ਨਹੀਂ ਹੈ ਉਹ ਚਾਈਨਾ ਨੂੰ ਪਸੰਦ ਨਹੀਂ ਹੈ। ਚਾਈਨਾ ਸਾਰੇ ਦੁਨੀਆ ਨੂੰ ਡਰੈਗਨ, ਸਾਰੀ ਦੁਨੀਆ ਨੂੰ ਆਪਣੇ ਰੰਗ 'ਚ ਰੰਗਣਾ ਚਾਹੁੰਦਾ ਹੈ। ਸੋ ਦੈਟ ਇਜ਼ ਦਾ ਮੇਨ ਕੇਸ ਜੋ ਮਹਿਸੂਸ ਕਰਦੇ ਹਾਂ ਅਸੀਂ। ਸੋ ਇਹਦੇ ਵਿੱਚ ਇੱਕ ਮੈਂ ਸਵਾਲ ਲਵਾਂਗਾ, ਉਧਰੋਂ ਯੂਕਰੇਨ ਨਾਲ ਵਾਰ ਚੱਲਦੀ ਪਈ ਹੈ ਰਸ਼ੀਆ ਦੀ। ਯੂਕਰੇਨ ਨੂੰ ਬੈਕ ਕਰ ਰਹੇ ਨੇ ਨਾਟੋ ਕੰਟਰੀਜ਼, ਅਮਰੀਕਾ ਉਹਨੂੰ ਲੀਡ ਕਰਦਾ ਹੈ। ਸੋ ਇਟਸ ਅ ਪ੍ਰੋਕਸੀ ਵਾਰ, ਔਰ ਇਹ ਵਾਰ ਕਿਤੇ ਨਾ ਕਿਤੇ ਰਸ਼ੀਆ ਨੂੰ ਵੀ ਕਮਜ਼ੋਰ ਕਰਦੀ ਪਈ ਹੈ, ਕਿਉਂਕਿ 1 ਸਾਲ ਤੋਂ ਜ਼ਿਆਦਾ ਹੋ ਚੁੱਕਾ ਹੈ। ਕਈ ਲੋਕ ਐਕਸਪਰਟਸ ਕਹਿੰਦੇ ਨੇ ਕਿ ਇਟ ਇਜ਼ ਅ ਕੋਲਡ ਵਾਰ, ਕਿਉਂਕਿ ਕੋਲਡ ਵਾਰ ਵਾਕ ਨਹੀਂ ਚੱਲੇ ਹੋਏ ਹੈ, ਕਿਉਂਕਿ ਛੁਪਿਆ ਹੋਇਆ ਅਮਰੀਕਾ ਯੂਕਰੇਨ ਦੇ ਪਿੱਛੇ। ਔਰ ਉਧਰੋਂ ਜੋ ਚਾਈਨਾ ਹੈ ਉਹ ਰਸ਼ੀਆ ਦੇ ਨਾਲ ਖੜਾ ਹੈ। ਰਸ਼ੀਆ ਨੂੰ ਉਹਨੇ ਕਦੀ ਨਹੀਂ ਕਿਹਾ ਤੁਸੀਂ ਜੰਗ ਨੂੰ ਸਟਾਪ ਕਰੋ, ਉਹ ਕਹਿੰਦਾ ਕਿ ਜੰਗ ਚੱਲਦੀ ਰਹਿਣੀ ਚਾਹੀਦੀ ਹੈ। ਉਹਦੇ ਨਾਲ ਰਸ਼ੀਆ ਕਮਜ਼ੋਰ ਹੁੰਦਾ ਹੈ, ਔਰ ਰਸ਼ੀਆ ਔਰ ਚਾਈਨਾ ਦੀ ਜੋ ਦੋਸਤੀ ਹੈ, ਚਾਈਨਾ ਉਹਦੇ ਨਾਲੋਂ ਸਟਰੋਂਗ ਹੋ ਜਾਂਦਾ ਹੈ, ਔਰ ਚਾਈਨਾ ਡੋਮੀਨੇਟ ਕਰਦਾ ਹੈ ਫਰੈਂਡਸ਼ਿਪ ਦੇ ਵਿੱਚ। ਇਹ ਹੈ ਕੂਟਨੀਤੀ, और कोई भी फ्रेंड नहीं है, कोई भी दुश्मन नहीं है। नो फो, नो फ्रेंड, नो एनिमी, सिर्फ अपना प्रॉफिट, सिर्फ अपना प्रॉफिट यही देखा जाता है कि मेरा बेनिफिट किधर है। चाइना कूटनीति खेड रहा है, फ्रेंड बन के रशिया को कमज़ोर कर रहा है कि डोमीनेट करिए, और इधर अमेरिका रशिया को कमज़ोर करना चाहता है। इट्स द बिगनिंग ऑफ कोल्ड वॉर, और या कोल्ड वॉर चलती पई है, या कई लोग ये भी कहते हैं कि थर्ड वॉर इन गाइस चलती पई है, क्योंकि इसका सारा असर पै रहा बिकॉज इकोनॉमी के उत्ते, ट्रेड के उत्ते असर पै रहा है। इट्स बेसिकली इकनॉमिक वॉर, क्योंकि बेसिकली सब ने अपना माल वेचना, वो वास्ते मंडी चाहिए है। ये सारा सिनेरियो की बनया होया, क्योंकि साडे आम लोगों वास्ते तो यह है कि फिल्म चलती पई है, फिल्म देखते पे हैं, पर ये माड़े असर साडे सारिਆਂ ਦੇ ਉੱਤੇ ਪੈਣੇ ਹੀ ਪੈਣੇ ਨੇ। ਆਸ਼ੀਮਾ ਜੀ। ਹਾਂਜੀ, ਤੁਸੀਂ ਜਿੱਦਾਂ ਪਹਿਲੇ ਚਾਈਨਾ ਦੀ ਗੱਲ ਕੀਤੀ, ਲੈਟਸ ਸਟਾਰਟ ਫਰਮ ਚਾਈਨਾ। ਚਾਈਨਾ ਆਪਣੇ ਆਪ ਨੂੰ ਅਗਰ ਉਹਨਾਂ ਦੇ ਪੁਰਾਣੇ ਇਤਿਹਾਸ ਚੁੱਕੇ ਦੇਖੀਏ ਤੇ ਆਪਣੇ ਆਪ ਨੂੰ ਮਿਡਲ ਕਿੰਗਡਮ ਕਹਿੰਦਾ ਹੈ। ਮਿਡਲ ਕਿੰਗਡਮ ਨਾਟ ਔਨ ਬਿਕਾਜ਼ ਆਫ ਦੀ ਜੀਓਗ੍ਰਾਫਿਕਲ ਲੋਕੇਸ਼ਨ, ਬਟ ਉਹ ਕਹਿੰਦਾ ਅਸੀਂ ਸੈਂਟਰ ਆਫ ਹੈਵਨ ਚ, ਸੈਂਟਰ ਆਫ ਹੈਵਨ ਦੇ ਅੰਡਰ ਆ। ਤੇ ਉਹਨਾਂ ਨੂੰ ਔਰ ਉਹਨਾਂ ਨੂੰ ਬੜਾ ਮਾਣ ਹੈ ਆਪਣੇ ਕਲਚਰ ਦਾ। ਦੂਜੇ ਪਾਸੇ ਅਸੀਂ ਇੰਡੀਆ ਨੂੰ ਲੈ ਲਿਆ, ਇੰਡੀਆ ਇਜ਼ ਆਲਸੋ ਵਨ ਆਫ ਦੀ ਓਲਡੈਸਟ ਸਿਵਲਾਈਜੇਸ਼ਨ। ਠੀਕ ਹੈ ਜੀ। ਰਸ਼ੀਅਨਸ ਨੂੰ ਵੀ ਲੈ ਲਈਏ, ਉਹ ਵੀ ਓਲਡੈਸਟ ਸਿਵਲਾਈਜੇਸ਼ਨ ਹੈ, ਤਾਂ ਫਿਰ ਨਵੀਂ ਸਿਵਲਾਈਜੇਸ਼ਨ ਕਹਿ ਰਹੀ ਅਮਰੀਕਾ। ਜੀ ਜੀ, ਸ਼ੋਰ ਯਾ ਜਿਹੜਾ ਕਿ ਕਲੈਸ਼ ਹੈ ਨਾ, ਦਿਸ ਇਜ਼ ਬਿਟਵੀਨ ਦੀ 올ਡੀਜ਼ ਐਂਡ ਦੀ ਨਿਊਜ਼। ਠੀਕ ਹੈ। ਹੁਣ ਇਹ ਜਿੰਨੀਆਂ ਵੀ ਖਾਸ ਕਰ ਇੰਡੀਆ ਔਰ ਚਾਈਨੀਜ਼ ਸਿਵਲਾਈਜੇਸ਼ਨਸ ਆ, ਇਹਨਾਂ ਨੂੰ ਤਾਂ ਕਲੋਨੀਜ਼ ਬਣਾ ਕੇ ਨਿਊ ਪਾਵਰਸ ਨੇ ਥੋੜੀ ਦੇਰ ਦਬਾ ਲਿਆ, ਕਾਫੀ ਦੇਰ ਦਬਾ ਕੇ ਰੱਖਿਆ। ਠੀਕ ਹੈ। ਹੁਣ ਉਹ ਫਿਰ ਆਪਣੇ ਮਤਲਬ ਉਹ ਜਿਹੜਾ ਦਬਾਅ ਖਤਮ ਹੋ ਗਿਆ, ਔਰ ਉਹਨੂੰ ਆਪਣਾ ਫਿਰ ਪੋਟੈਂਸ਼ੀਅਲ ਰਿਅਲਾਈਜ਼ ਕਰ ਰਹੀ ਹੈ। ਤੇ ਦੇਰ ਇਜ਼ ਨੋ ਡਾਊਟ ਕਿ ਅਗਰ ਚਾਈਨਾ ਆਪਣੇ ਆਪ ਨੂੰ ਕਲੇਮ ਕਰਦਾ ਹੈ ਕਿ ਉਹ ਇੱਕ ਬੜੀ ਹੀ ਸਟਰੋਂਗ ਪਾਵਰ ਹੈ, ਤੇ ਇਹਦੇ ਚ ਕੋਈ ਸ਼ੱਕ ਨਹੀਂ ਹੈ, ਉਹਨੇ ਪ੍ਰੂਵ ਵੀ ਕੀਤਾ। ਠੀਕ ਹੈ ਜੀ। ਜੀ ਜੇ ਅਸੀਂ ਇੰਡੀਆ ਦੀ ਗੱਲ ਕਰੀਏ, ਇੰਡੀਆ ਇਜ਼ ਆਲਸੋ ਨੋ ਲੈਸ। ਇੰਡੀਆ ਦੇ ਵੀ ਤੁਸੀਂ ਪੁਰਾਣੇ ਗ੍ਰੰਥ ਦੇਖ ਲਓ, ਤੁਸੀਂ ਸਾਡੇ ਜਿੰਨੇ ਰਿਲੀਜੀਅਨ ਦੇਖ ਲਓ, ਜੋ ਵੀ ਸਾਡਾ ਤੁਸੀਂ ਸਾਡੀ ਸੰਸਕ੍ਰਿਤੀ ਦੇਖ ਲਓ, ਵੀ ਆਰ ਵੈਰੀ ਵੈਰੀ ਰਿਚ ਸਿਵਲਾਈਜੇਸ਼ਨ। ਠੀਕ ਹੈ ਜੀ। ਬਟ ਹੁਣ ਸੀਨ ਇਹ ਬਣ ਰਿਹਾ ਹੈ ਕਿ ਜੇ ਚਾਈਨਾ ਔਰ ਰਸ਼ੀਆ, ਠੀਕ ਹੈ, ਦੋਨੋਂ ਕਲੋਜ਼ ਆ ਜਾਂਦੇ ਆ, ਫਿਰ ਕੀ ਹੋਏਗਾ? ਜਾਂ ਅਗਰ ਰਸ਼ੀਆ
ਵਾਰ ਲੂਜ਼ ਕਰ ਜਾਂਦਾ ਹੈ, ਰਸ਼ੀਆ ਅਗਰ ਯੂਕਰੇਨ ਵਾਰ ਲੂਜ਼ ਕਰ ਜਾਂਦਾ ਹੈ, ਤੇ ਸਕਾਲਰਸ ਇਹ ਕਹਿ ਰਹੇ ਨੇ, ਗੱਲਬਾਤ ਇਹ ਚੱਲ ਰਹੀ ਹੈ ਕਿ देयर इज एवरी पॉसिबिलिटी ਕਿ ਜਿਹੜੀ ਰਸ਼ੀਆ ਹੈ ਉਹ ਚਾਈਨਾ ਦੀ ਕਾਲੋਨੀ ਬਣ ਜਾਏਗਾ। नो ਚਾਈਨਾ ਦੀ ਕਾਲੋਨੀ ਬਣ ਜਾਏਗਾ, ਫਿਰ ਉਹ ਉਹੀ ਕਰੇਗਾ ਜੋ ਕਿ ਚਾਈਨਾ ਚਾਹੇਗਾ, ਲੇਕਿਨ ਇਦਾਂ ਪੋਸੀਬਲ ਨਹੀਂ ਹੈ ਕਿਉਂਕਿ ਰਸ਼ੀਆ ਇਜ਼ ਅ ਵੈਰੀ ਵੈਰੀ ਆਈ ਮੀਨ ਇੱਕ ਨਿਊਕਲੀਅਰ ਕੰਟਰੀ ਹੈ, ਉਹਦੇ ਕੋਲ ਬਹੁਤ ਆਰਸਨਲਸ ਹੈ, ਉਹਦੀ ਟੈਕਨੋਲੋਜੀ ਬੜੀ ਸਟਰੋਂਗ ਹੈ, ਇਦਾਂ ਦੇ ਹੋਣ ਦੇ ਚਾਂਸਸ ਬੜੇ ਰਿਮੋਟ ਹੈ। ਲੇਕਿਨ राइट ਫਿਰ ਆਉਣ ਵਾਲਾ ਜਿਹੜਾ ਮੁੱਦੇ ਹੋਣੇ ਆ ਉਹ એનર્ਜੀ ਤੇ ਵੀ ਹੋਣੇ, એનર્ਜੀ ਹੀ ਦੇਖੋ ਸਾਰੀ ਕਹਾਣੀ ਤਾਂ ਲੈ ਕੇ ਪੈਟਰੋਲ ਨੂੰ ਹੈ ਨਾ, ਡੀਜ਼ਲ ਨੂੰ ਹੀ ਹੈ ਨਾ, एनर्जी ਆਇਲ ਨੂੰ ऑल्टरनेटिव देखना है या ਹੈ ਨਾ। ਤੇ जी ਤੇ ਰਸ਼ੀਆ ਇਜ਼ ਦ ਬਿਗੇਸਟ ਸਪਲਾਇਰ ਇਨ ਦੀ ਵਰਲਡ, ਤੁਸੀਂ ਕਿੱਦਾਂ ਰਸ਼ੀਆ ਨੂੰ ਤੁਸੀਂ ਮਤਲਬ ਏਦਾਂ ਕਰ ਲੋਗੇ। ਦੂਜੇ ਪਾਸੇ ਜੇ ਯੂਕਰੇਨ ਵਾਰ ਲੂਜ਼ ਕਰ ਜਾਂਦਾ ਹੈ हम्म ਤੇ ਫਿਰ ਲੋਕ ਇਹ ਗੱਲਬਾਤ ਕਰ ਰਹੇ ਕਿ ਅਮਰੀਕਾ ਉਹੀ ਹਸ਼ਰ ਕਰੇਗਾ ਜੋ ਉਹਨੇ ਅਫਗਾਨਿਸਤਾਨ ਨਾਲ ਕੀਤਾ ਜਾਂ ਸੀਰੀਆ ਨਾਲ ਕੀਤਾ, ਠੀਕ ਹੈ। ਔਰ ਜਾਪਾਨ ਔਰ ਇੰਡੀਆ ਦੀ ਜੇ ਅਸੀਂ ਗੱਲ ਕਰ ਰਹੇ, ਜਾਪਾਨ ਔਰ ਇੰਡੀਆ ਇਹ ਸੋਚਦੇ ਪਏ ਆ ਕਿ ਲੜਾਈ ਹੋਣੀ ਹੈ, ਲੜਾਈ ਤੋਂ ਬਾਅਦ ਯੂਕਰੇਨ ਥੋੜਾ ਲੂਜ਼ ਕਰ ਜਾਏਗਾ, ਜੋ ਇਹ ਦੋਨੋਂ ਨੇਸ਼ਨ ਸੋਚ ਕੇ ਬੈਠੇ ਹੋਏ ਹੈ। हाँ ਇਹ ਸੱਚ ਹੁੰਦਾ ਜਾਂ ਨਹੀਂ ਹੁੰਦਾ ਇਹ ਅਲੱਗ ਗੱਲ ਹੈ। ਔਰ ਫਿਰ ਅਮਰੀਕਾ ਫਿਰ ਪੈਸਾ ਲਗਾਏਗਾ ਰੀਕਨਸਟਰਕਸ਼ਨ ਕਰਨ ਦੇ, ਜਿੱਦਾਂ ਉਹਦੀ ਆਦਤ ਹੈ। ਕਿਹਨੂੰ हम्म ਰੀਕਨਸਟਰਕਟ ਕਰਨਾ ਹੈਗਾ? ਇਹਨੂੰ ਯੂਕਰੇਨ ਨੂੰ। ਔਰ ਫਿਰ ਰਸ਼ੀਆ ਦਾ ਉਦਾਂ ਹੀ ਦੁਬਾਰਾ ਉਦਾਂ ਹੀ ਲਾਈਨ ਤੇ ਸਭ ਕੁਝ ਆ ਜਾਏਗਾ। ਬਟ ਇਹ ਸਭ ਹਜੇ ਅਟਕਣਾ ਹੈ, ਕਹਾਣੀਆਂ ਹੈ। ਇਸ ਦੌਰਾਨ ਜੋ ਕੁਝ ਵੀ ਹੋ ਰਿਹਾ ਦੁਨੀਆ ਤੇ ਬਹੁਤ ਇਸ ਦਾ ਮਾੜਾ ਅਸਰ ਹੋ ਰਿਹਾ, ਖਾਸ ਕਰ ਇਨਫਲੇਸ਼ਨ ਨੂੰ ਲੈ ਕੇ, ਠੀਕ ਹੈ। ਜਿਹੜੇ ਸਾਡੀ ਫੂਡ ਪ੍ਰੋਡਕਟ, ਜਿਹੜੇ ਸਾਡੇ ਫੂਡ ਹੈ ਜਾਂ ਖਾਦਿਆ ਸਮੱਗਰੀ ਜਿਹਨੂੰ ਅਸੀਂ ਕਹਿੰਦੇ ਆ, ਉਹਦੇ ਤੇ ਬਹੁਤ ਮਾੜਾ ਅਸਰ ਪੈ ਰਿਹਾ, ਤੇ ਆਉਣ ਵਾਲੇ ਟਾਈਮ ਤੇ ਇਹਦਾ ਜਿਹੜਾ ਭੁਗਤਾਨ ਹੈ ਦੁਨੀਆ ਕਰੇਗੀ ਔਰ ਸ਼ਾਇਦ ਥੋੜੀ ਕਰ ਵੀ ਰਹੀ ਹੈ। ਸੰਜੀਵ ਜੀ जी बिल्कुल ठीक है क्योंकि दो चीज़ां खड़ियां ने, इकॉनमी ਨੂੰ ਸੰਭਾਲਣਾ ਹੈ, ਜੋ ਫਾਈਨੈਂਸ਼ੀਅਲ ਸਟਰਕਚਰ ਹੈ ਉਹਨੂੰ ਸੰਭਾਲਣਾ ਹੈ, ਨੰਬਰ ਏ, ਨੰਬਰ ਬੀ ਜੋ ਇਨਫਲੇਸ਼ਨ ਹੈ, ਮਹਿੰਗਾਈ ਹੈ, ਉਹਨੂੰ ਸੰਭਾਲਣਾ ਹੈ। ਕਈ ਵਾਰ ਬੈਂਕ ਰੇਟਸ ਅਪ ਕਰ ਦਿੱਤੇ ਜਾਂਦੇ ਨੇ ਇਨਫਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ, ਪਰ ਉਹਦੇ ਕੇਸ ਵਿੱਚ ਕੀ ਹੁੰਦਾ ਹੈ ਕਿ ਜੋ ਬੈਂਕਸ ਨੇ ਉਹਨਾਂ ਨੂੰ ਆਪਣੇ ਬੌਂਡਸ ਸਸਤੇ 'ਚ ਵੇਚਣੇ ਪੈਂਦੇ ਨੇ ਔਰ ਉਹਦਾ ਵੀ ਪ੍ਰਭਾਵ ਪੈ ਰਿਹਾ ਹੈ। ਔਰ ਇਸ ਕਰਕੇ ਲੋਕ ਜਦੋਂ ਦੇਖਦੇ ਨੇ ਕਿ ਬੈਂਕਸ ਆਪਣੇ ਬੌਂਡ ਸਸਤੇ 'ਚ ਵੇਚਦੇ ਨੇ, ਉਹ ਆਪਣਾ ਪੈਸਾ ਕਢਵਾਉਣਾ ਸ਼ੁਰੂ ਕਰਦੇ ਨੇ ਬੈਂਕਸ ਦੇ ਵਿੱਚੋਂ ਔਰ ਬੈਂਕ ਫੇਲ ਹੋਣੇ ਸ਼ੁਰੂ ਹੋ ਜਾਂਦੇ ਨੇ। ਇਹ ਦੋਨੋਂ ਪਾਸੇ ਇਹ ਚੱਲਦਾ ਪਿਆ ਕਿ ਕਿਸ ਚੀਜ਼ ਨੂੰ ਕਿੱਦਾਂ ਕੰਟਰੋਲ ਕਰੀਏ, ਇਨਫਲੇਸ਼ਨ ਨੂੰ ਕੰਟਰੋਲ ਕਰੀਏ ਕਿ ਫਾਈਨੈਂਸ਼ੀਅਲ ਸਟਰਕਚਰ ਨੂੰ ਕੰਟਰੋਲ ਕਰੀਏ। ਸੋ ਇਹਦਾ ਮਤਲਬ ਇਹ ਹੈ ਕਿ ਵਾਰ ਜਦੋਂ ਤੱਕ ਪ੍ਰੋਫਿਟੇਬਲ ਹੈਗੀ ਆ ਇਹਨਾਂ ਕੰਟਰੀਜ਼ ਵਾਸਤੇ ਜੋ ਵਾਰ ਲੜਵਾਉਣ ਦੇ ਵਿੱਚ ਇੰਟਰਸਟਿਡ ਨੇ, ਉਦੋਂ ਤੱਕ ਇਹ ਵਾਰ ਚੱਲੇਗੀ। ਜਦੋਂ ਦੇਖਣਗੇ ਕਿ ਨਹੀਂ ਹੁਣ ਪ੍ਰੋਫਿਟੇਬਲ ਨਹੀਂ ਹੁਣ ਇਕਨੋਮੀ ਦੇ ਉੱਤੇ ਐਡਵਰਸ ਇਫੈਕਟ ਪੈ ਰਿਹਾ, ਦੈਨ ਦੇ ਵਿਲ ਸਟਾਪ ਦਾ ਵਾਰ ਔਰ ਫਿਰ ਪ੍ਰੋਫਿਟ ਕਮਾਉਣ ਦੇ ਜਿਹੜੇ ਬਾਕੀ ਹੁਣੇ ਤੋਂ ਹੀ ਉਹਨਾਂ ਦੇ ਤਰੀਕੇ ਲੱਭਣੇ ਸ਼ੁਰੂ ਹੋਏ ਨੇ, ਉਹਨਾਂ ਦੇ ਢੰਗ ਤਰੀਕੇ ਉਹ ਫਿਰ ਤੋਂ ਇੰਪਲੀਮੈਂਟ ਹੋਣੇ ਸ਼ੁਰੂ ਹੋ ਜਾਣਗੇ। ਦੈਟਸ ਅ ਵੈਰੀ ਪ੍ਰੈਟੀ ਗੇਮ। ਪ੍ਰੈਟੀ ਇਸ ਕਰਕੇ ਮੈਂ ਕਹਿੰਦਾ ਕਿ ਇਹਨਾਂ ਲੋਕਾਂ ਵਾਸਤੇ ਪ੍ਰੈਟੀ ਹੈ ਔਰ ਸਾਡੇ ਵਾਸਤੇ ਬੜੀ ਡੇਂਜਰਸ ਐਂਡ ਬੜੀ ਅਗਲੀ ਸਿਚੁਏਸ਼ਨ ਬਣੀ ਹੋਈ ਹੈ। ਸੋ ਆਪਾਂ ਅੱਗੇ ਵਧਦੇ ਹਾਂ, ਇੱਕ ਲਾਸਟ ਪੁਆਇੰਟ ਆਪਾਂ ਹੋਰ ਲੈਂਦੇ ਹਾਂ, ਉਹਦੇ 'ਚ ਵਰਲਡ ਬੈਂਕ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਿਕੋਜ਼ ਵਰਲਡ ਬੈਂਕ, ਇੰਟਰਨੈਸ਼ਨਲ ਮੋਨਿਟਰੀ ਫੰਡ, ਇਹ ਸਭ ਦੇਸ਼ ਇਹ ਆਪਣੇ ਆਪ 'ਚ ਇੱਕ ਦੇਸ਼ ਨੇ ਜੋ ਸਭ ਨੂੰ ਕੰਟਰੋਲ ਕਰਦੇ ਨੇ। ਔਰ ਕਈ ਵਾਰ ਇਹ ਵੀ ਕਹਿੰਦੇ ਨੇ ਫਾਈਨੈਂਸ਼ੀਅਲ ਐਕਸਪਰਟਸ ਕਿ ਦੇਰ ਇਜ਼ ਨੋ ਕੰਟਰੀ, ਦੇਰ ਇਜ਼ ਓਨਲੀ ਕਰੰਸੀਜ਼। ਅਮਰੀਕਨ ਡਾਲਰ ਇਜ਼ ਅ ਦੇਸ਼ ਔਰ ਜੋ ਇੰਗਲੈਂਡ ਦੀ ਕਰੰਸੀ ਪਾਊਂਡ ਹੈ ਉਹ ਇੱਕ ਦੇਸ਼ ਹੈ। ਸੋ ਇਹ ਦੇਸ਼ ਨੇ ਐਕਚੁਅਲੀ ਜੋ ਪੂਰੀ ਦੁਨੀਆ ਨੂੰ ਕੰਟਰੋਲ ਕਰਦੇ ਨੇ। ਕੈਨੇਡੀਅਨ ਡਾਲਰ, ਜੈਪਨੀਜ਼ ਯੈਨ, ਯੂਰੋ, ਇਹ ਚੀਜ਼ਾਂ ਨੇ ਦੇਸ਼ ਜੋ ਸਭ ਨੂੰ ਡੋਮੀਨੇਟ ਕਰਦੀਆਂ ਨੇ। ਅੱਜ ਕੱਲ੍ਹ ਉਹ ਫਿਜ਼ੀਕਲ ਦੇਸ਼ ਨਹੀਂ ਰਹਿ ਗਏ, ਬਾਉਂਡਰੀਜ਼ ਨਹੀਂ ਰਹਿ ਗਈਆਂ ਜਿੱਥੇ ਜਿਹੜਾ ਬਿਜ਼ਨਸ ਜ਼ਿਆਦਾ ਪਾਵਰਫੁਲ ਹੁੰਦਾ ਉਹ ਦੇਸ਼ ਨੇ। ਬਿਕੋਜ਼ ਦਿਸ ਵਰਡ ਇਜ਼ ਕਾਰਪੋਰੇਟ, ਦਿਸ ਵਰਡ ਇਜ਼ ਅ ਬਿਜ਼ਨਸ। ਸੋ ਉਸ ਲਿਹਾਜ਼ ਨਾਲ ਮੈਂ ਪੁੱਛਣਾ ਚਾਹਾਂਗਾ ਕਿ ਵਰਲਡ ਬੈਂਕ ਦੇ ਚੀਫ ਐਡਵਾਈਜ਼ਰ ਬਣਾਉਣਾ ਚਾਹੁੰਦੇ ਨੇ ਅਜੇ ਬੰਗਾ ਜੀ ਨੂੰ, ਔਰ ਇਹ ਪੁਰਾਣੀ ਨਿਊਜ਼ ਹੈ ਪਰ ਅੱਜ ਵੀ ਇਹ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਕਾਫੀ ਜ਼ਿਆਦਾ ਹਾਈਲਾਈਟ ਹੋ ਰਹੀ ਹੈ, ਇਸ ਕਰਕੇ ਮੈਂ ਪੁੱਛ ਰਿਹਾ। ਸੋ ਚਾਈਨਾ ਨੂੰ ਕੀ ਪ੍ਰੋਬਲਮ ਹੈ ਯੂਐਸ ਨਾਲ ਕਿ ਜੋ ਅਜੇ ਬੰਗਾ ਜੀ ਨੂੰ ਅਗਰ ਵਰਲਡ ਬੈਂਕ ਦਾ ਚੀਫ ਐਡਵਾਈਜ਼ਰ ਬਣਾ ਦਿੱਤਾ ਜਾਵੇ ਤਾਂ ਵਾਟ ਇਜ਼ ਦਾ ਰੀਜ਼ਨ ਬਿਹਾਈਂਡ? ਚਾਈਨਾ ਨੂੰ ਕੀ ਪ੍ਰੋਬਲਮ ਹੈ ਯੂਐਸ ਦੇ ਨਾਲ? ਦੇਖੋ ਜਿਹੜੀ ਇਹ ਪੋਲਿਟਿਕਸ ਹੈ ਨਾ, ਇਹ ਮਹੀਨਾ ਪਹਿਲੇ ਚੱਲੀ ਸੀਗੀ। तो Ajay Banga ji was making news, across the globe for being appointed as a chief advisor for the World Bank. ठीक है, ਇਹਦੀ ਅਪਾਇੰਟਮੈਂਟ ਕਿੰਨੇ ਕੀਤੀ? ਜਿਓ ਬਾਈਡਨ ਨੇ। ਨਿਊਜ਼ ਤੇ ਮਹੀਨਾ ਪੁਰਾਣੀ ਹੈ, ਲੇਕਿਨ ਕੱਲ ਪਰਸੋਂ ਤੋਂ ਫਿਰ ਇਹਦੇ ਉੱਤੇ ਦੁਬਾਰਾ ਚਰਚਾਵਾਂ ਜਿਹੜੀਆਂ ਫਰੈਸ਼ ਹੋ ਰਹੀਆਂ। ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਚਾਈਨਾ ਹੈ। ਵਾਈ ਅਜੇ ਬੰਗਾ ਹੈਜ਼ ਨਾਟ ਬੀਨ ਏਬਲ ਟੂ ਗੈਟ ਦੀ ਕਿਉਂ ਰੁਕਾਵਟ ਕਿਉਂ ਆ ਰਹੀ ਹੈ? ਚਾਈਨਾ ਇਜ਼ ਵਨ ਮੇਨ ਰੀਜ਼ਨ। ਚਾਈਨਾ
ਕਰ ਰਿਹਾ ਹੈ। ਹੁਣ ਕੁਐਸਚਨ ਹੈ ਕਿ ਚਾਈਨਾ ਕਿਉਂ ਅਬਸਟਰਕਟ ਕਰ ਰਿਹਾ ਹੈ? Sure. ਕਿਉਂਕਿ ਵਰਲਡ ਬੈਂਕ ਜਦੋਂ ਚੱਲਣਾ ਹੈ, ਉਹ ਜਿਹੜੀਆਂ ਇਕਨੋਮੀਜ਼, ਜਿਹੜੀਆਂ ਮੇਜਰ ਇਕਨੋਮੀਜ਼ ਆਫ ਦੀ ਵਰਲਡ ਹੈ, ਉਹਨਾਂ ਨੇ ਪੈਸਾ ਪਾਣਾ ਹੈ, ਉਹਨਾਂ ਦੇ ਡਿਸੀਜਨਸ ਮੰਨੇ ਜਾ ਰਹੇ ਹਨ। ਤੇ ਇਸ ਕਰਕੇ ਮਤਲਬ ਜਿਹੜਾ ਚਾਈਨਾ ਹੈ, ਉਹਦਾ ਰੋਲ ਇੱਥੇ ਬੜਾ ਇੰਪੋਰਟੈਂਟ ਹੋ ਰਿਹਾ ਹੈ। ਹੁਣ ਇਹਦੀ ਕਹਾਣੀ ਸਮਝਣ ਲਈ ਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪਏਗਾ। ਜਦੋਂ ਦਾ ਵਰਲਡ ਬੈਂਕ ਦੀ ਸਥਾਪਨਾ ਹੋਈ ਹੈ, ਠੀਕ ਹੈ, ਉਦੋਂ ਤੋਂ ਅਮਰੀਕਾ ਹੀ ਡਿਸੀਜਨ ਲੈਂਦਾ ਹੈ ਕਿ ਕੌਣ ਬਣੇਗਾ ਇਹਦਾ, ਕੌਣ ਇਹਦਾ ਚੀਫ ਐਡਵਾਈਜ਼ਰ ਹੋਏਗਾ, ਜਾਂ ਕਿਹਦੀ ਇਹਨੂੰ ਐਗਜ਼ੈਕਟਿਵ ਪੋਸਟ ਕਿਹਨੂੰ ਦੇਣੀ ਹੈ। ਅਮਰੀਕਾ ਓਨਲੀ ਡਿਸਾਈਡਸ ਨਾ। ਤੇ ਕੁਐਸਚਨ ਇਜ਼ ਵਾਈ। ਮੈਂ ਤਾਂ ਪਹਿਲੇ ਜਵਾਬ ਦੇ ਚੁੱਕੀ ਹਾਂ, ਕਿਉਂਕਿ ਸ਼ਾਇਦ ਅਮਰੀਕਾ ਹੀ ਸਭ ਤੋਂ ਜ਼ਿਆਦਾ ਪੈਸੇ ਦਿੰਦਾ ਹੈ। ਲੇਕਿਨ ਹੁਣ ਨਾ ਲੋਕਾਂ ਦੇ ਵਿੱਚ ਇੱਕ ਜਾਗਰਤੀ ਆ ਰਹੀ ਹੈ, ਖਾਸ ਕਰ ਇੰਡੀਆ ਜਦੋਂ ਦਾ ਅਰਾਈਜ਼ ਹੋਇਆ ਹੈ, ਹੋਰ ਪਾਵਰ ਜਦੋਂ ਦਾ ਮਲਟੀਪੋਲਰ ਵਰਲਡ ਬਣਿਆ ਹੈ, ਤੇ ਅਮਰੀਕਾ ਦੇ ਉੱਤੇ ਵੀ ਕੁਐਸਚਨ ਮਾਰਕ ਲੱਗਣੇ ਸ਼ੁਰੂ ਹੋ ਗਏ ਕਿ ਵਾਈ ਅਮਰੀਕਾ ਵਿਲ ਡਿਸਾਈਡ। ਔਰ ਹਮੇਸ਼ਾ ਹੀ ਵਰਲਡ ਬੈਂਕ ਦਾ ਜਿਹੜਾ ਚੀਫ ਐਡਵਾਈਜ਼ਰ ਹੈ, ਵਾਈ ਹੀ ਹੈਜ਼ ਟੂ ਬੀ ਫਰਮ ਦੀ ਡਿਵੈਲਪਡ ਵਰਲਡ, ਵਾਈ ਫਰਮ ਦੀ ਵੈਸਟਰਨ ਵਰਲਡ, ਵਾਈ ਨਾਟ ਫਰਮ ਦੀ ਅਫਰੀਕਨ ਕੰਟਰੀਜ਼, ਵਾਈ ਨਾਟ ਫਰਮ ਦੀ ਏਸ਼ੀਅਨ ਕੰਟਰੀਜ਼। ਕਿਉਂਕਿ ਜੇ ਉੱਥੇ ਵਰਲਡ ਬੈਂਕ ਦਾ ਜਿਹੜਾ ਐਡਵਾਈਜ਼ਰ ਹੋਏਗਾ, ਉਹ ਏਸ਼ੀਆ ਦੇ ਜਾਂ ਜਿਹੜੇ ਸਾਊਥ ਵਰਲਡ ਹੈ, ਜਿਹੜਾ ਗਲੋਬਲ ਸਾਊਥ ਜਿਹਨੂੰ ਕਹਿੰਦੇ ਆ, ਜਿਹੜੇ ਗਰੀਬ ਮੁਲਕ ਹੈ, ਉਹਨਾਂ ਦਾ ਕੋਈ ਬੰਦਾ ਉੱਥੇ ਜਾਏਗਾ ਤਾਂ ਤਾਂ ਹੀ ਉਹ ਵਰਲਡ ਬੈਂਕ ਨੂੰ ਦੱਸ ਪਾਏਗਾ ਨਾ ਏਦਾਂ ਹੈ। ਹੁਣ ਹੋ ਕੀ ਰਿਹਾ ਹੈ ਕਿ ਅਮਰੀਕਾ, ਕੰਟਰੀਜ਼ ਲਾਈਕ ਅਮਰੀਕਾ, ਚਾਈਨਾ, ਹੂ ਆਰ ਪੋਰਿੰਗ ਹੈਵੀਲੀ ਇਨ ਦੀ ਵਰਲਡ ਬੈਂਕ, ਉਹਨਾਂ ਨੇ ਬੰਦਾ ਆਪਣਾ ਬਿਠਾਇਆ ਕਿਉਂਕਿ ਉਹਨਾਂ ਨੇ ਆਪਣੇ ਹਿਸਾਬ ਨਾਲ ਵਰਲਡ ਬੈਂਕ ਚਲਾਉਣਾ ਹੈ। ਜਿਹੜੇ ਕਿ ਹੁਣ ਐਕਸਪੋਜ਼ ਹੋ ਚੁੱਕੇ, ਐਕਸਪੋਜ਼ ਤੇ ਪਹਿਲੇ ਹੀ ਸੀਗੇ, ਹੁਣ ਇਸ ਪੋਜੀਸ਼ਨ 'ਚ ਆ ਗਏ ਕਿ ਆਪਣੀ ਇਹ ਗੱਲਬਾਤ ਮਤਲਬ ਸਾਰੇ ਜਿਹੜੇ ਦੇਸ਼ ਹੈ ਕਰ ਸਕਦੇ ਬਿਕੋਜ਼ ਆਫ ਦੀ ਇੰਟਰਨੈਟ ਜਾਂ ਸੋਸ਼ਲ ਮੀਡੀਆ। ਹੁਣ ਇੰਡੀਆ ਜਿਹੜਾ ਹੈ, ਇੰਡੀਆ ਨੇ ਬੜੇ ਭੰਗੜੇ ਪਾਏ ਜੀ। ਸਾਡਾ ਇੱਕ ਹੋਰ ਇੰਡੀਅਨ ਓਰੀਜਨ ਦਾ ਬੰਦਾ ਜਿਹੜਾ ਹੈ, ਉਹ ਇੱਕ ਇੰਡੀਆ ਦੇ ਵਰਲਡ ਬੈਂਕ ਦਾ ਇੱਕ ਉਹ ਬਣਨ ਜਾ ਰਿਹਾ ਹੈ। ਬਟ ਇੰਡੀਆ ਸੋਚੇ, ਇੰਡੀਆ ਤੇ ਚਾਈਨਾ 'ਚ ਬੜਾ ਫਰਕ ਹੈ। ਇੰਡੀਆ ਦੇ ਓਰੀਜਨ ਦਾ ਜਿਹੜਾ ਬੰਦਾ ਹੁੰਦਾ ਨਾ, ਉਹ ਇੰਡੀਆ ਨੂੰ ਕੋਈ ਇੰਨਾ ਫਾਇਦਾ ਨਹੀਂ ਦੇ ਰਿਹਾ ਹੁੰਦਾ, ਜਾਂ ਸਾਡੇ ਕਲਚਰ ਨਹੀਂ ਹੈ। ਜਦ ਕਿ ਜਦੋਂ ਤੁਸੀਂ ਚਾਈਨਾ ਦਾ ਦੇਖੋ ਨਾ, ਔਨ ਰਿਕਾਰਡਸ ਮੈਂ ਕਹਿ ਰਹੀ ਹਾਂ, ਚਾਈਨਾ ਨੇ ਜਿੰਨੇ ਵੀ ਆਪਣੇ, ਚਾਈਨਾ ਦੇ ਵੀ ਬਹੁਤ ਬੰਦੇ ਟੌਪ ਪੋਜੀਸ਼ਨਸ ਤੇ ਬੈਠੇ ਹੋਏ ਆ, ਇਹ ਗੱਲ ਨਹੀਂ ਹੈ। ਉਹ ਸਿਰਫ ਗੱਲ ਵੱਖਰੀ ਹੈ ਕਿ ਸਾਨੂੰ ਸਿਰਫ ਆਪਣੇ ਦੇਸ਼ ਬਾਰੇ ਪਤਾ ਹੈ, ਲੇਕਿਨ ਜਦੋਂ ਤੁਸੀਂ ਐਨਾਲਾਈਜ਼ ਕਰੋਗੇ ਤੇ ਚਾਈਨਾ ਦੇ ਵੀ ਬੰਦੇ ਬਹੁਤ ਟੌਪ ਪੋਜੀਸ਼ਨਸ ਤੇ ਬੈਠੇ ਹੋਏ। ਲੇਕਿਨ ਚਾਈਨਾ ਨੂੰ ਉਹ ਟੌਪ ਪੋਜੀਸ਼ਨਸ ਤੋਂ ਆਪਣੇ ਦੇਸ਼ ਲਈ ਫਾਇਦਾ ਲੈਣਾ ਆਉਂਦਾ ਹੈ, ਔਰ ਉਹ ਲੈ ਰਿਹਾ ਹੈ। ਜਦ ਕਿ ਇੰਡੀਆ 'ਚ ਏਦਾਂ ਹਜੇ ਸਾਡੇ ਕਲਚਰ ਡਿਵੈਲਪ ਨਹੀਂ ਹੋਇਆ, ਕਿਉਂਕਿ ਸਾਡੇ ਤਾਂ ਹਜੇ ਟੌਪ ਪੋਜੀਸ਼ਨ ਤੇ ਆਣੇ ਸ਼ੁਰੂ ਹੋਏ ਹੈ। ਤੇ ਮੈਂ ਇਹ ਕਹਿਣਾ ਚਾਹੂੰਗੀ ਕਿ ਇੰਡੀਆ ਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੱਦਾਂ ਚਾਈਨਾ ਐਕਸਪਲੋਰ ਕਰ ਰਿਹਾ ਆਪਣੇ ਟੌਪ ਦੇ ਪੋਜੀਸ਼ਨ, ਜਿਹੜੇ ਉਹਦੇ ਨੈਸ਼ਨਲਸ ਬੈਠੇ ਹੋਏ ਨੇ, ਉਦਾਂ ਹੀ ਇੰਡੀਆ ਦੇ ਵੀ ਜਿਹੜੇ ਬੰਦੇ ਟੌਪ ਪੋਜੀਸ਼ਨਸ ਤੇ ਬੈਠੇ ਹੋਏ, ਇੰਡੀਆ ਵੀ ਉਹਨਾਂ ਤੋਂ ਹੈਲਪ ਲਵੇ ਔਰ ਆਪਣੇ ਦੇਸ਼ ਨੂੰ ਅੱਗੇ ਵਧਾਵੇ। ਔਰ ਬਲਕਿ ਮੈਂ ਇਹ ਕਹਿਣਾ ਚਾਹੂੰਗੀ ਕਿ ਇੰਡੀਆ ਨੂੰ ਆਪਣੇ ਨੈਸ਼ਨਲਸ ਨੂੰ ਪੁਸ਼ ਕਰਨਾ ਚਾਹੀਦਾ ਹੈ, ਬਜਾਏ ਇਹ ਕਿ ਅਸੀਂ ਭੰਗੜੇ ਪਾਈਏ ਕਿ ਦੇਖੋ ਇੰਡੀਅਨ ਓਰੀਜਨ ਦਾ ਬੰਦਾ ਉੱਥੇ ਪਹੁੰਚ ਗਿਆ। ਆਪਣੀ ਜਿਹੜੀ ਜਨਤਾ ਹੈ, ਉਹਦੀ ਸਕਿੱਲ ਡਿਵੈਲਪਮੈਂਟ ਵੱਲ ਧਿਆਨ ਦਿਓ, ਉਹਦੇ ਲੀਡਰਸ਼ਿਪ ਵੱਲ ਧਿਆਨ ਦੇ, ਔਰ ਆਪਣਾ ਬੰਦਾ ਇੱਥੋਂ ਜ਼ਿਆਦਾ ਤੋਂ ਜ਼ਿਆਦਾ ਇੰਡਕਟ ਕਰਨ, ਜਿੰਨੀਆਂ ਵੀ ਵੱਡੀਆਂ ਲੈਵਲ ਦੀਆਂ ਪੋਸਟ ਹੈ। ਸੰਜੀਵ ਜੀ, ਆਪਾਂ ਬਿਲਕੁਲ ਹੁਣ ਕਲਾਈਮੈਕਸ ਤੇ ਪਹੁੰਚ ਗਏ ਆਪਣੇ ਪ੍ਰੋਗਰਾਮ ਦੇ, ਔਰ ਮੈਂ ਨਿਚੋੜ ਇਹ ਕੱਢਦਾ ਪਿਆ ਕਿ ਹਮੇਸ਼ਾ ਹਰ ਦੇਸ਼ ਇਹ ਲੱਗਾ ਰਹਿੰਦਾ ਕਿ ਜ਼ਿਆਦਾ ਮੇਰੇ ਵਾਸਤੇ ਹੋਵੇ, ਥੋੜਾ ਦੂਜਿਆਂ ਵਾਸਤੇ ਹੋਵੇ, ਲਿਵਿੰਗ ਫॉर ਐਕਸੈਸ। ਸੋ ਇਹ ਹੈ ਇਹਨਾਂ ਦਾ ਲਾਈਫ ਸਟਾਈਲ। ਔਰ ਇੱਕ ਬੰਦੇ ਨੇ ਪ੍ਰਾਈਮ ਮਿਨਿਸਟਰ ਬਣਨਾ ਹੈ, ਇੱਕ ਬੰਦੇ ਨੇ ਪ੍ਰੈਜ਼ੀਡੈਂਟ ਬਣਨਾ ਹੈ, ਇੱਕ ਬੰਦੇ ਨੇ ਵੱਡੇ ਅਹੁਦਿਆਂ ਤੇ ਪਹੁੰਚਣਾ ਹੈ, ਔਰ ਉਸ ਕੰਮ ਵਾਸਤੇ ਆਮ ਲੋਕਾਂ ਦਾ ਜੋ ਬੁਰਾ ਹਾਲ ਕੀਤਾ ਜਾਂਦਾ ਹੈ, ਜੋ ਕੁਝ ਆਮ ਲੋਕਾਂ ਨੂੰ ਬਰਦਾਸ਼ਤ ਕਰਨਾ ਪੈਂਦਾ ਹੈ, ਅਸੀਂ ਸੋਚ ਵੀ ਨਹੀਂ ਸਕਦੇ, ਇਮੈਜਿਨ ਵੀ ਨਹੀਂ ਕਰ ਸਕਦੇ। ਸੋ ਇਹ ਪਾਵਰ ਦਾ ਖੇਲ ਹਮੇਸ਼ਾ ਤੋਂ ਚੱਲਦਾ ਰਿਹਾ ਹੈ, ਔਰ ਆਮ ਲੋਕ ਇਹਦਾ ਸ਼ਿਕਾਰ ਹੁੰਦੇ ਰਹੇ ਨੇ। ਸੋ ਆਈ ਹੋਪ ਕਿ ਅੱਜ ਦੀ ਡਿਸਕਸ਼ਨ 'ਚੋਂ ਸਾਡੇ ਆਡੀਅנס ਨੂੰ, ਸਾਡੇ ਦਰਸ਼ਕਾਂ ਨੂੰ ਕਾਫੀ ਕੁਝ ਮਿਲੇਗਾ। ਐਂਡ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਵਿਸ਼ੇ ਦੇ ਉੱਤੇ ਕਿ ਪੂਰੇ ਵਰਲਡ ਦੇ ਵਿੱਚ ਜੀਓਪੋਲਿਟਿਕਸ, ਜੀਓ ਇਕਨੋਮਿਕਸ ਇਸ ਵਕਤ ਕਿਸ ਸਟੇਟਸ ਤੇ ਨੇ, ਅਮਰੀਕਾ ਦਾ ਕੀ ਸਟੇਟਸ ਹੈ, ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ ਆਸ਼ਿਮਾ ਜੀ। ਥੈਂਕ ਯੂ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ, ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।